ਐਲਾਨ ਤੋਂ ਪਹਿਲਾਂ ਹੀ ਵਿਵਾਦਾਂ 'ਚ ਘਿਰਿਆ ਐਸਜੀਪੀਸੀ ਦਾ ਬਜਟ। ਐਸਜੀਪੀਸੀ ਮੈਂਬਰ ਮਿੱਠਾ ਸਿੰਘ ਕਾਨਕੇ ਨੇ ਲਾਏ ਹੇਰਾਫੇਰੀ ਦੇ ਇਲਜ਼ਾਮ। ਤਾਂ ਐਸਜੀਪੀਸੀ ਬੋਲੀ ਸਿਰਫ ਬਦਨਾਮ ਕਰਨ ਦੀ ਹੈ ਸਾਜ਼ਿਸ਼। ਕੱਲ ਪੇਸ਼ ਹੋਣ ਜਾ ਰਿਹਾ ਐਸਜੀਪੀਸੀ ਦਾ ਬਜਟ। ਪੰਜਾਬ ਭਰ 'ਚ ਅਣਮਿੱਥੇ ਸਮੇਂ ਲਈ ਹੜਤਾਲ ਤੇ ਗਏ ਪਟਵਾਰੀ। ਕਿਸਾਨ ਜਥੇਬੰਦੀ ਉਗਰਾਹਾਂ ਤੇ ਬਦਸਲੂਕੀ ਕਰਨ ਦੇ ਲਾਏ ਇਲਜ਼ਾਮ। ਤਹਿਸੀਲਦਾਰ ਨੂੰ ਬੰਦੀ ਬਣਾਉਣ ਵਾਲੇ ਕਿਸਾਨਾਂ ਖਿਲਾਫ ਕਾਰਵਾਈ ਦੀ ਮੰਗ। ਪਰਚੇ ਰੱਦ ਕਰਨ ਦੀ ਮੰਗ ਨੂੰ ਲੈ ਕੇ ਲੰਬੀ 'ਚ ਨੈਸ਼ਨਲ ਹਾਈਵੇ ਤੇ ਬੈਠੇ ਕਿਸਾਨ। ਮੰਤਰੀ ਜਿੰਪਾ ਦੀ ਕਿਸਾਨਾਂ ਨੂੰ ਅਪੀਲ। ਬੋਲੇ ਥੋੜਾ ਸਬਰ ਕਰਨ ਕਿਸਾਨ, ਵਾਅਦੇ ਮੁਤਾਬਕ ਸਰਕਾਰ ਜਾਰੀ ਕਰੇਗੀ ਮੁਆਵਜ਼ਾ। ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਪਿਛਲੀ ਸਰਕਾਰ ਤੇ ਲਾਏ ਪੇਂਡੂ ਗ੍ਰਾਂਟਾਂ ਦੀ ਦੁਰਵਰਤੋਂ ਕਰਨ ਦੇ ਇਲਜ਼ਾਮ। ਕਿਹਾ ਤ੍ਰਿਪਤ ਬਾਜਵਾ ਨੇ ਜਾਰੀ ਕੀਤੇ ਸੀ ਪੈਸੇ, ਜਾਂਚ ਕਰਕੇ ਜਲਦ ਕਰਾਂਗੇ ਖੁਲਾਸਾ। ਪੰਜਾਬ ਕਾਂਗਰਸ ਨੂੰ ਜਲਦ ਮਿਲੇਗਾ ਨਵਾਂ ਪ੍ਰਧਾਨ। ਸੂਬਾ ਕਮੇਟੀ ਨੇ ਹਾਈ ਕਮਾਨ ਨੂੰ ਭੇਜੇ 4 ਨਾਮ। ਰੇਸ 'ਚ ਰਾਜਾ ਵੜਿੰਗ ਸਭ ਤੋਂ ਅੱਗੇ। ਨਵੇਂ ਪ੍ਰਧਾਨ ਤੋਂ ਪਹਿਲਾਂ ਸਿੱਧੂ ਦੀ ਹਮਾਇਤ 'ਚ ਆਏ ਕਾਂਗਰਸ ਦੇ ਲੀਡਰ। ਲੁਧਿਆਣਾ 'ਚ ਸਿੱਧੂ ਸਮਰਥਕਾਂ ਨੇ ਕੀਤੀ ਮੀਟਿੰਗ। ਖਹਿਰਾ ਤੇ ਸੇਖੜੀ ਬੋਲੇ ਸਿੱਧੂ ਨੂੰ ਹੀ ਰਹਿਣਾ ਚਾਹੀਦਾ ਪ੍ਰਧਾਨ। ਤਾਂ ਚੰਡੀਗੜ੍ਹ ਮੀਟਿੰਗ 'ਚ ਪਹੁੰਚੇ ਕੋਟਲੀ ਨੇ ਵੀ ਸਿੱਧੂ ਦੇ ਹੱਕ 'ਚ ਭਰਿਆ ਦਾ। ਮੁੱਖ ਮੰਤਰੀ ਭਗਵੰਤ ਮਾਨ ਤੇ ਸਿੱਖਿਆ ਮੰਤਰੀ ਨੇ ਪੰਜਾਬੀ ਯੂਨੀਵਰਸਿਟੀ ਦਾ ਕੀਤਾ ਦੌਰਾ। ਯੂਨੀਵਰਸਿਟੀ ਦੇ ਆਰਥਿਕ ਸੰਕਟ ਨੂੰ ਲੈ ਕੇ ਵੀਸੀ ਨਾਲ ਕੀਤੀ ਚਰਚਾ। ਵਿਦੇਸ਼ ਸ਼ਿਫਟ ਹੋਣ ਜਾ ਰਿਹਾ ਰਾਮ ਰਹੀਮ ਦਾ ਪਰਿਵਾਰ। ਸੂਤਰਾਂ ਦੇ ਹਵਾਲੇ ਤੋਂ ਖਬਰ। ਬੱਚਿਆਂ ਦੀ ਪੜ੍ਹਾਈ ਲਈ ਵਿਦੇਸ਼ ਸ਼ਿਫਟ ਹੋ ਰਹੀ ਹੈ ਫੈਮਿਲੀ। ਰਾਮ ਰਹੀਮ ਨੇ ਚਿੱਠੀ 'ਚ ਵੀ ਕੀਤਾ ਸੀ ਜ਼ਿਕਰ। ਪੰਨੂ ਦੀ ਧਮਕੀ ਤੇ ਕਾਂਗਰਸ ਦਾ ਮੂੰਹ ਤੋੜ ਜਵਾਬ। ਸ਼ਿਮਲਾ 'ਚ ਵਿਕਰਮਾਦਿੱਤਿਆ ਸਿੰਘ ਨੇ ਕੱਢੀ ਤਿਰੰਗਾ ਯਾਤਰਾ। 29 ਅਪ੍ਰੈਲ ਨੂੰ ਸੂਬੇ ਭਰ 'ਚ ਤਿਰੰਗਾ ਯਾਤਰਾ ਕਰਨ ਦਾ ਕੀਤਾ ਐਲਾਨ। ਹਿਮਾਚਲ 'ਚ ਭਾਜਪਾ ਦੀ ਮਿਸ਼ਨ ਰਿਪੀਟ ਕਰਨ ਦੀ ਰਣਨੀਤੀ। 6 ਅਪ੍ਰੈਲ ਨੂੰ ਹਰੇਕ ਵਿਧਾਨ ਸਭਾ ਹਲਕੇ 'ਚ ਮਨਾਇਆ ਜਾਏਗਾ ਸਥਾਪਨਾ ਦਿਵਸ। ਪੀਐਮ ਮੋਦੀ ਵਰਕਰਾਂ ਨੂੰ ਦੇਣਗੇ ਜਿੱਤ ਦਾ ਮੰਤਰ। ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਵਿਜੇਪਾਲ ਸਿੰਘ ਬਰਾੜ। ਸਭ ਤੋਂ ਪਹਿਲਾਂ ਖਬਰ ਲੰਬੀ ਤੋਂ। ਲੰਬੀ ਦੇ ਵਿੱਚ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ ਔਰ ਨੈਸ਼ਨਲ ਹਾਈਵੇ ਤੇ ਜਾਮ ਲਾਇਆ ਹੋਇਆ ਔਰ ਕਿਸਾਨਾਂ ਵੱਲੋਂ ਦਰਜ ਮਾਮਲੇ ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ। ਬੀਕੇਯੂ ਉਗਰਾਹਾਂ ਵੱਲੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਔਰ ਦਰਅਸਲ ਇੱਕ ਤਹਿਸੀਲਦਾਰ ਨੂੰ ਉੱਥੇ ਬੰਦਕ ਬਣਾਇਆ ਗਿਆ ਸੀ ਔਰ ਪਟਵਾਰੀ ਵੀ ਕਿਸਾਨਾਂ ਦੇ ਖਿਲਾਫ ਹੜਤਾਲ ਤੇ ਉਤਰ ਆਏ ਨੇ ਔਰ ਉਧਰ ਪਟਵਾਰੀਆਂ ਨੇ ਵੀ ਕਿਸਾਨਾਂ ਦੇ ਖਿਲਾਫ ਹੜਤਾਲ ਕਰ ਦਿੱਤੀ ਹੈ। ਸੋ ਇੱਕ ਤਰੀਕੇ ਨਾਲ ਪਟਵਾਰੀ ਤੇ ਕਿਸਾਨਾਂ ਦੇ ਵਿਚਕਾਰ ਇਹ ਕਲੈਸ਼ ਹੋ ਗਿਆ ਹੈ। ਬੀਕੇਯੂ ਉਗਰਾਹਾਂ ਜਥੇਬੰਦੀ ਹੈ ਜਿਸ ਵੱਲੋਂ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਔਰ ਬੀਕੇਯੂ ਉਗਰਾਹਾਂ ਇਹ ਕਹਿ ਰਹੀ ਹੈ ਕਿ ਕਿਸਾਨਾਂ ਤੇ ਦਰਜ ਜਿਹੜੇ ਪਰਚੇ ਨੇ ਜਾਂ ਦਰਜ ਕੇਸ ਨੇ ਉਹ ਵਾਪਸ ਲਏ ਜਾਣ। ਲੰਬੀ ਹਲਕੇ ਦੇ ਵਿੱਚ ਇਹ ਪ੍ਰੋਟੈਸਟ ਜਾਰੀ ਹੈ। ਤੇ ਉਧਰ ਸੂਬੇ ਭਰ 'ਚ ਪਟਵਾਰੀਆਂ ਅਤੇ ਕਾਨੂੰਗੋ ਨੇ ਵੀ ਹੜਤਾਲ ਕੀਤੀ ਹੈ। ਅਣਮਿੱਥੇ ਸਮੇਂ ਲਈ ਹੜਤਾਲ ਤੇ ਚਲੇ ਗਏ ਨੇ ਔਰ ਉਹਨਾਂ ਦਾ ਦੋਸ਼ ਹੈ ਕਿ ਬੀਕੇਯੂ ਉਗਰਾਹਾਂ ਦੇ ਰਵੱਈਏ ਕਰਕੇ ਉਹਨਾਂ ਨੇ ਇਹ ਰੋਸ ਜਤਾਇਆ ਹੈ ਕਿਉਂਕਿ ਕੱਲ ਕਿਸਾਨਾਂ ਨੇ ਇੱਕ ਤਹਿਸੀਲਦਾਰ ਨੂੰ ਬੰਦੀ ਬਣਾ ਰੱਖਿਆ ਸੀ। ਦਰਅਸਲ ਮੁਆਵਜ਼ੇ ਦੀ ਮੰਗ ਕਰ ਰਹੇ ਸੀ ਇਹ ਕਿਸਾਨ। ਉਸ ਮੌਕੇ ਤੇ ਤਹਿਸੀਲਦਾਰ ਨੂੰ ਬੰਦੀ ਬਣਾ ਲਿਆ ਗਿਆ, ਇਹ ਪਟਵਾਰੀਆਂ ਦਾ ਕਹਿਣਾ ਹੈ ਔਰ ਉਸ ਤੋਂ ਬਾਅਦ ਪਟਵਾਰੀ ਹੜਤਾਲ ਤੇ ਚਲੇ ਗਏ। ਉਗਰਾਹਾਂ ਜਥੇਬੰਦੀ ਤੇ ਇਹ ਇਲਜ਼ਾਮ ਲਗਾਏ ਗਏ ਪਟਵਾਰੀਆਂ ਵੱਲੋਂ। ਤੁਹਾਨੂੰ ਬਿਲਕੁਲ ਸਪਸ਼ਟ ਹੈ ਜੀ, ਸਾਡਾ ਜਿਹੜਾ ਕਾਰਨ ਆ ਕਿ ਪੰਜਾਬ ਦੇ ਵਿੱਚ ਅਸੀਂ 3000 ਖਾਲੀ ਅਸਾਮੀਆਂ ਦੇ ਬਾਵਜੂਦ ਕਿਸਾਨਾਂ ਦੇ ਮਸਲੇ ਹੱਲ ਕਰ ਰਹੇ ਹਾਂ। ਚਾਹੇ ਉਹ ਖਰਾਬੇ ਦਾ ਕੰਮ ਹੋਵੇ, ਚਾਹੇ ਉਹ ਕੁਦਰਤੀ ਆਫਤ ਦਾ ਹੋਵੇ, ਚਾਹੇ ਕੋਈ ਵੀ ਕੰਮ ਹੋਵੇ, ਰੈਵਨਿਊ ਦਾ ਸਾਰਾ ਕੰਮ ਚੱਲ ਰਿਹਾ। ਪਰ ਜੋ ਕੱਲ੍ਹ ਦੀ ਘਟਨਾ, ਸਿਰਫ ਉਹ ਘਟਨਾਕ੍ਰਮ ਜਿਹੜਾ ਹੋਇਆ, ਨਾ ਤਾਂ ਇਹ ਕੋਈ ਪਹਿਲਾ ਧਰਨਾ ਸੀ, ਨਾ ਇਹ ਕੋਈ ਆਖਰੀ ਧਰਨਾ। ਇਹ ਧਰਨੇ ਮੁਜ਼ਾਹਰੇ ਕਰਨਾ ਅਸੀਂ ਵੀ ਆਪਣੇ ਹੱਕਾਂ ਵਾਸਤੇ ਕਰਦੇ ਹਾਂ। ਅਸੀਂ ਹੱਕਾਂ ਵਾਸਤੇ ਜਿਹੜੇ ਧਰਨੇ ਮੁਜ਼ਾਹਰੇ ਹੋਏ ਨੇ ਪਹਿਲਾਂ, ਚਾਹੇ ਉਹ ਖੇਤੀ ਕਾਨੂੰਨ ਨੂੰ ਰੱਦ ਕਰਾਉਣ ਵਾਸਤੇ ਹੋਇਆ ਸੀ, ਉਹ 'ਚ ਵੀ ਕਿਸਾਨ ਜਥੇਬੰਦੀ ਨੇ ਵੱਧ ਚੜ੍ਹ ਕੇ ਸਾਥ ਦਿੱਤਾ। ਸਾਡਾ ਕੋਈ ਕਿਸਾਨ ਜਥੇਬੰਦੀ ਨਾਲ ਕੋਈ ਸਾਡਾ ਗਿਲਾ ਸ਼ਿਕਵਾ ਨਹੀਂ, ਪਰੰਤੂ ਜੋ ਉਹਨਾਂ ਦਾ ਤਰੀਕਾ ਸੀਗਾ ਉਹ ਬਿਲਕੁਲ ਗਲਤ ਸੀ ਕਿਉਂਕਿ ਜੋ ਸਰਕਾਰ ਦੀਆਂ ਹਦਾਇਤਾਂ ਨੇ ਉਹਦੇ ਵਿੱਚ ਨਾ ਕੋਈ ਪਟਵਾਰੀ ਦਾ ਰੋਲ ਆ। ਪਟਵਾਰੀ ਨੇ ਆਪਣਾ ਕੰਮ ਸਹੀ ਕਰਤਾ, ਕਾਨੂੰਗੋ ਸਾਹਿਬ ਨੇ ਸਹੀ ਕਰਤਾ, ਸੀਆਰਓ ਨੇ ਸਹੀ ਕਰਤਾ। ਜੋ ਉਹਨਾਂ ਦੀ ਇਹ ਗੱਲ ਹੈਗੀ ਆ ਕਿ ਮੁਆਵਜ਼ਾ ਸਾਨੂੰ ਘੱਟ ਮਿਲ ਰਿਹਾ, ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਤੁਸੀਂ ਉਹਨੂੰ ਵੱਧ ਮੁਆਵਜ਼ਾ ਦਿਓ ਤੇ ਉਹਨਾਂ ਨੂੰ ਵੀ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਤੁਸੀਂ ਸਰਕਾਰ ਨਾਲ ਲੜਾਈ ਲੜੋ। ਜੋ ਸਾਡੇ ਕੰਮ ਦੇ ਵਿੱਚ ਕੋਈ ਫਰਕ ਆ,
ਸਾਡੇ ਕਿਸੇ ਪਟਵਾਰੀ ਨੇ ਕੋਈ ਗਲਤ ਕੰਮ ਕੀਤਾ ਜਾਂ ਕਿਸੇ ਨੂੰ ਕੋਈ ਹਰਾਸਮੈਂਟ ਕੀਤੀ ਆ ਤਾਂ ਅਸੀਂ ਉਸ ਗੱਲ ਦੇ ਜ਼ਿੰਮੇਵਾਰ ਹਾਂ। ਮੈਨੂੰ ਲੱਗਦਾ ਮੁੱਖ ਮੰਤਰੀ ਸਾਹਿਬ ਨੂੰ ਮੈਂ ਬੇਨਤੀ ਕਰਦਾ, ਇਹ ਅਸਰ ਮੈਨੂੰ ਤੁਹਾਡੇ ਬਿਆਨ ਦਾ ਲੱਗਦਾ ਜਿਹੜਾ ਕਿ ਤੁਸੀਂ ਮਾਨਸਾ ਬਿਆਨ ਦਿੱਤਾ ਵੀ ਗਿਰਦਾਵਰੀ ਬਾਅਦ ਚ ਹੁੰਦੀ ਰਹੂਗੀ, ਅਸੀਂ ਮੁਆਵਜ਼ਾ ਦੇ ਦਾਂਗੇ। ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ, ਸਾਡੀ ਗਿਰਦਾਵਰੀ ਕਰਾਏ ਬਿਨਾਂ ਜੇਕਰ ਤੁਸੀਂ ਕਿਸਾਨਾਂ ਨੂੰ 20-20 ਹਜ਼ਾਰ ਰੁਪਏ ਦੇ ਦੇਣੇ ਹੋ ਤਾਂ ਦਿਓ, ਅਸੀਂ ਬੜੇ ਖੁਸ਼ ਹਾਂ ਇਸ ਗੱਲ 'ਚ। ਪਰ ਸਾਡੇ ਰੈਵਨਿਊ ਰਿਕਾਰਡ ਦੇ ਵਿੱਚ ਅਸੀਂ ਜਿੰਨਾ ਚਿਰ ਕੋਈ ਸੋਧ ਨਹੀਂ ਹੁੰਦੀ, ਅਸੀਂ ਆਪਣੇ ਹਦਾਇਤਾਂ ਦੇ ਮੁਤਾਬਕ ਕਾਨੂੰਨ ਦੇ ਉਲਟ ਜਾ ਕੇ ਕੋਈ ਕੰਮ ਨਹੀਂ ਕਰਾਂਗੇ। ਤਾਂ ਪਟਵਾਰੀਆਂ ਵੱਲੋਂ ਸਟ੍ਰਾਈਕ ਕੀਤੀ ਗਈ ਹੈ, ਹੜਤਾਲ ਤੇ ਨੇ ਪਟਵਾਰੀ। ਇੱਕ ਤਹਿਸੀਲਦਾਰ ਨੂੰ ਬੰਦੀ ਬਣਾ ਲਿਆ ਸੀ ਔਰ ਕਿਸਾਨਾਂ ਵੱਲੋਂ ਉਧਰ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਲਗਾਤਾਰ। सूरज पान साडे सहयोगी जुड़े ने फोन लाइन ते होर जानकारी दे लई। सूरज, इस वेले स्थिति की है, पहला तो ये समझना चाहांगे, और दूसरी गल जिहड़ी पटवारी कह रहे ने या किसान कह रहे ने, रौला किस चीज़ दा है? किस पटवारी कह रहे ने कि मुआवजे दा रौला है, असीं तां आपदे कोलों जो साडे नॉर्म्स ने वो दे सकते हैं, किसान कह रहे ने सानू मुआवजा घट मिल रहा है। असल दे विच है की कशमकश की है? देखो, सरकार ਵੱਲੋਂ मुआवजा अनाउंस कर दिता गया, उस तो बाद मुआवजा उन्हां लोकां नूं मिलना, उन्हां किसानां नूं मिलना जिन्हां दा एक्चुअल दे विच नुकसान होया है। ठीक है, इस नूं लैके सरकार ने एक फार्मूला तैयार कीता है कि जिहड़े किसान जिन्नी फसल वेचदे ने, जिहदा कि जे फार्म बकायदा कट्टिया जांदा है, जे किसी किसान दे उन्नी अमाउंट ते जे फार्म कट्टे गए, भाव कि उन्नी अमाउंट दी फसल विक चुकी है, तो मुआवजे दा हकदार नहीं है। जबकि किसान जथेबंदियां ने इस चीज़ तो औखियां ने, वो सीधा कह रही ने कि जे फॉर एग्जाम्पल जे मलोड़ के किसानों की गल की जाए तो जिन्ने भी एकड़ के किसान ने उन्होंने सारे किसानों को मुआवजा दिता जाए। तां करके फर्क यही है, सरकार ये कह रही है कि जे फार्म के हिसाब के आप कैलकुलेशन करिए, जे फॉर एग्जाम्पल से विजयपाल के कोले जमीन 8 किले है, 8 किले जमीन वो ऑलरेडी फसल बेच चुके हैं, तो वो इस मुआवजे का हकदार नहीं है। तां करके पटवारी ने वही कह रहे हैं कि मैरिट के आधार पर असीं काम करांगे, जिन्ना फसल किसान बेच चुके हैं वो मुआवजे के हकदार नहीं होंगे, जिन्हां दी फसल खराब हुई है, एक्चुअल च फसल नहीं वेची उन्होंने, वो मुआवजे के हकदार ने। किते ना किते ये मेन कड़ी है जिस नूं लेके किसानां दे विच ते जिहड़े पटवारी ने उन्हां च कशमकश चल रही है। दूसरी इंटरस्टिंग तस्वीर है होर सामने आईयां ने विजय, अज जदों पटवारी डीसी दफ्तर दे धरना लाउण बैठे तो उत्थे आके डीसी के खिलाफ ही नारेबाजी कर रहे थे पटवारी, और दूसरे पासे डीसी खुद आके धरने च बैठ गए तो डीसी मुक्तसर खुद आपके खिलाफ नारे लाउण लगे कि डीसी मुक्तसर मुर्दाबाद, डीसी मुक्तसर मुर्दाबाद। डीसी ये जताउणा चाहुंदे सी कि वो अपने मुलाजमां दे नाल ने, और किते ना किते जाके दो धड़ियां दे विच चीज़ वंडी हुई, एक पासे किसान ने ते दूसरे पासे पटवारी ने, पटवारी यूनियन ने, तहसीलदार ने, वो किते ना किते आपदे रुख ते अड़े हुए ने। ये किसानां दा वतीरा ठीक नहीं है। अच्छा, किसान पटवारियां नूं कह रहे ने कि तुसीं सारियां नूं मुआवजा जिहड़ा है उस दे विच लओ, सारियां दा खराबा दिखाओ। बिल्कुल बिल्कुल इसे चीज़ ते अड़े हुए ने। जिहड़ी टैक्नीकली गल है, डीसी मुक्तसर दा मेरी काफ़ी लंबी गल हुई, वही कह रहे ने कि जिहड़े किसान दी फसल खराब हुई है, जे फसल खराब हुई है तो मंडी की फसल किवें चली गई, वो जे फार्म किवें कट्टे गए, आड़ती ने उसदी अदायगी किवें करती, जे फसल नहीं खराब हुई तो उसनूं मुआवजा क्यों दिता जाए? यही किते ना किते पेच फसिया होया। मेरे ख्याल दे विच क्लैरिटी होनी चाहिए है, सरकार ने इस गल नूं क्लीयर करनी चाहिए कि जे फार्म के आधार के हिसाब नाल तुसीं फसल वेच चुके हो, सरकार ने उसकी पेमेंट भी करती, तो तुहानूं मुआवजा किस गल दा? मुआवजा किस गल दा? ठीक है, ठीक है, ठीक है। ते इस वेले सूरज धरना हाले चल रहा है या आवाजाही खुली है या हाले रोकी हुई है सड़कां? देखो, दो धरने ने, एक धरना तो डीसी मुक्तसर दे अंदर चल रहा है, डिप्टी कमिश्नर दफ्तर के अंदर चल रहा है, कितने पटवारी बैठे हैं, दूसरे पासे किसान ने। हालांकि ट्रैफिक है, किसानों वाला लंबी वाला डिवाइड जरूर कर दिता गया, और किते ना किते जाके दोवें पासे प्रदर्शन ने जिहड़े लगातार फिलहाल विजय हगे तक जारी ने। ठीक है, ठीक है, धन्यवाद सूरज इस जानकारी दे लई। तां दोने पासे प्रदर्शन चल रहे ने क्योंकि किसान कह रहे ने कि सारे किसानां नूं उस दे विच इनकलूड कीता जावे, पर प्रशासन कह रहा है कि जेड़े अपनी फसल वेच चुके ने यानी उन्हां दा खराबा नहीं सी, इस करके वो मुआवजे दे हकदार नहीं हन। इस चीज़ नूं लैके आपस दे विच बहसबाजी जिहड़ी है वो हुई है। ते मलोट तो असीं तुहानूं तस्वीरां जिहड़ियां ने इह दिखा रहे हैं, पटवारियां दी हड़ताल जिहड़ी चल रही सी उस वेले दिलचस्प तस्वीर सामने आई जदों प्रदर्शन कर रहे सी, जिसका जिक्र हुणे सूरज पान कर रहे सी कि मुक्तसर दे डीसी पहुंचे हरप्रीत सिंह सूदन आके पटवारियां दे कोल बैठे, खुद नारेबाजी की और उन्हां दे नाल नारेबाजी करन तो बाद फिर उन्हां नूं गलबात दे लई अंदर बुला लिया। ये तस्वीर एक बारी असीं तुहानूं एंबीएंस सुणाउने पंजाब प्रधान जी आउंदे जी जिंदाबाद जिंदाबाद जिंदाबाद। जेडे भी 5 बंदे आना चाहिए
ਮੰਗ ਰੱਖੀ ਹੈ ਸਰਕਾਰ ਪੰਜਾਬ ਪ੍ਰਧਾਨ ਜੀ ਆਉਂਦੇ ਜੀ ਮੈਸੇਜ ਪੰਜਾਬ ਪ੍ਰਧਾਨ ਜੀ ਆ ਰਹੇ ਲਿਆਓ ਸਾਹਿਬ। ਤਾਂ ਇਹ ਵੀ ਇੱਕ ਬੜੀ ਦਿਲਚਸਪ ਤਸਵੀਰ ਸੀ ਕਿ ਡਿਪਟੀ ਕਮਿਸ਼ਨਰ ਉਹਨਾਂ ਦੇ ਨਾਲ ਸ਼ਾਮਲ ਹੋਏ ਔਰ ਉਸ ਤੋਂ ਬਾਅਦ ਉਹਨਾਂ ਨੂੰ ਆਪਣੇ ਕਮਰੇ 'ਚ ਗੱਲਬਾਤ ਕਰਨ ਦੇ ਲਈ ਬੁਲਾ ਲਿਆ। ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਵੀ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਪ੍ਰਦਰਸ਼ਨਕਾਰੀ ਕਿਸਾਨ ਥੋੜਾ ਸਬਰ ਰੱਖਣ। ਜਿੰਪਾ ਨੇ ਕਿਹਾ ਕਿ ਸਰਕਾਰ ਨੇ ਜੋ ਕਿਹਾ ਉਹ ਕਰੇਗੀ, ਉਹਨਾਂ ਨੂੰ ਬਣਦਾ ਮੁਆਵਜ਼ਾ ਮਿਲੇਗਾ, ਪਰ ਉਹ ਥੋੜਾ ਸਬਰ ਨਾਲ ਚੱਲਣ। ਤਾਂ ਮਾਲ ਮੰਤਰੀ ਨੇ ਬ੍ਰਹਮ ਸ਼ੰਕਰ ਜਿੰਪਾ ਜਿਨ੍ਹਾਂ ਨੇ ਕਿਸਾਨਾਂ ਨੂੰ ਕਿਹਾ ਹੈ ਕਿ ਉਹਨਾਂ ਦੀ ਗੱਲ ਸੁਣੀ ਜਾਵੇਗੀ, ਪਰ ਉਹਨਾਂ ਨੂੰ ਥੋੜਾ ਸਬਰ ਨਾਲ ਚੱਲਣ ਦੀ ਜ਼ਰੂਰਤ ਹੈ। ਇਸ ਤਰੀਕੇ ਨਾਲ ਧਰਨਾ ਪ੍ਰਦਰਸ਼ਨ ਕਰਕੇ ਉਹ ਆਪਣੀਆਂ ਗੱਲਾਂ ਨਹੀਂ ਮਨਵਾ ਸਕਦੇ। ਉਹਨਾਂ ਨੇ ਕਿਹਾ ਹੈ ਕਿ ਥੋੜਾ ਜਿਹਾ ਸਬਰ ਰੱਖਣ, ਸਰਕਾਰ ਨੇ ਜੋ ਕਿਹਾ ਉਹ ਕੀਤਾ ਜਾਏਗਾ। हाँ बिल्कुल राती जाके मेरी नॉलेज गल आई है कि कोई नरमे की फसल खराबा जोड़ा आप किसानों ने उत्थे लंबी हल्के दे नाल राती 12 बजे तक मेरे डिप्टी कमिश्नर नाल उत्थे मुक्तसर नाल गल होती रही है और उन्होंने कहा उन्होंने खैर जोड़े उन्होंने बंदे डके हुए और रिलीज़ करा रहे थे और वो एवज के जोड़े पटवारी और तहसीलदार बैठे थे, लेकिन साढ़े फाइनैंशियल कमिश्नर रेवन्यू जंजुआ जी है उन्होंने मेरी गल हुई है, उन्होंने गल हो गई है। तो देखो दोनों पक्षों को सोचना चाहिए, वो किसानों को भी थोड़ा जिहा जड़ा हिम्मत मतलब मनना चाहिए गलों कि जिहड़ियां चीज़ां सरकार के एंड तो होणियां उन्हें टाइम लगता। ਤੇ ਹੁਣ ਗੱਲ ਬਿਜਲੀ ਸੰਕਟ ਦੀ। ਬਿਜਲੀ ਸੰਕਟ ਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦਾ ਇੱਕ ਵੱਡਾ ਬਿਆਨ ਆਇਆ ਹੈ ਔਰ ਉਹਨਾਂ ਨੇ ਕਿਹਾ ਹੈ ਕਿ ਪੰਜਾਬ 'ਚ ਸਮਾਰਟ ਬਿਜਲੀ ਦੇ ਮੀਟਰ ਲਾਏ ਜਾਣਗੇ। ਉਹਨਾਂ ਕਿਹਾ ਕਿ ਪੰਜਾਬ 'ਚ ਅਸੀਂ ਬਿਜਲੀ ਸੰਕਟ ਪੈਦਾ ਨਹੀਂ ਹੋਣ ਦੇਵਾਂਗੇ। ਝਾਰਖੰਡ ਤੋਂ ਕੋਲੇ ਦੀ ਖਰੀਦ ਕਰ ਰਹੇ ਹਾਂ ਔਰ ਜਲਦ 300 ਯੂਨਿਟ ਮੁਫਤ ਬਿਜਲੀ ਵੀ ਕਰ ਦਿੱਤੀ ਜਾਏਗੀ। ਸਮਾਰਟ ਮੀਟਰ ਹੋਏਗਾ ਪਰ ਪ੍ਰੀਪੇਡ ਨਹੀਂ। ਇਹ ਗੱਲ ਹਰਭਜਨ ਸਿੰਘ ਈਟੀਓ ਪੰਜਾਬ ਦੇ ਬਿਜਲੀ ਮੰਤਰੀ ਕਹਿ ਰਹੇ ਨੇ ਕਿ ਮੀਟਰ ਸਮਾਰਟ ਮੀਟਰ ਅਸੀਂ ਜ਼ਰੂਰ ਲਗਾਵਾਂਗੇ ਪਰ ਪ੍ਰੀਪੇਡ ਮੀਟਰ ਨਹੀਂ ਹੋਣਗੇ। ਸਮਾਰਟ ਮੀਟਰ ਲਾਏ ਜਾਣਗੇ, ਪ੍ਰੀਪੇਡ ਨਹੀਂ। लेके लगातार कहा जा रहा है कि कोले की वड्डी कमी है। केंद्र सरकार भी कह रही है कि कोला खरीदना है तो फिर विदेशों तो खरीदो। इस वेले कितना कोला वै और की पिछले साल वर्गे पंजाब च ਜਿਹੜਾ ਵੈ ਮਾਹੌਲ ਬਣੇਗਾ ਔਰ ਬਿਜਲੀ ਖਤਮ ਹੋ ਜਾਏਗੀ ਜਾਂ ਬਿਜਲੀ ਦੀ ਵੱਡੀ ਘਾਟ ਦੇਖਣ ਨੂੰ ਮਿਲੇਗੀ। ਬਿਜਲੀ ਮੰਤਰੀ ਨਾਲ ਗੱਲਬਾਤ ਕਰ ਲੈਂਦੇ ਹਾਂ। ਹਰਭਜਨ ਜੀ, ਇਸ ਵੇਲੇ ਸਥਿਤੀ ਕੀ ਹੈ ਪੰਜਾਬ 'ਚ? ਲਗਾਤਾਰ ਸੰਕਟ ਇਹ ਹੋ ਰਿਹਾ ਹੈ ਕਿ ਕੋਲੇ ਦੀ ਕਮੀ ਹੈ, ਥਰਮਲ ਪਲਾਂਟ ਬੰਦ ਹੋ ਰਹੇ ਹੈ ਔਰ ਪੰਜਾਬ ਨੂੰ ਪਿਛਲੇ ਸਾਲ ਦੀ ਤਰ੍ਹਾਂ ਬਲੈਕਆਊਟ ਵਾਲੀ ਸਥਿਤੀ ਤਾਂ ਨਹੀਂ ਬਣੇਗੀ? ਨਹੀਂ, ਦੇਖੋ ਜਦੋਂ ਵੀ ਗਰਮੀਆਂ ਦਾ ਸੀਜ਼ਨ ਸ਼ੁਰੂ ਹੁੰਦਾ ਹੈ ਜਾਂ ਜਿਹੜੇ ਪੈਡੀ ਸੀਜ਼ਨ ਸ਼ੁਰੂ ਹੁੰਦਾ ਹੈ, ਕੁਝ ਨਾ ਕੁਝ ਮੁਸ਼ਕਲਾਂ ਜਿਹੜੀਆਂ ਨੇ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ। ਪਰ ਇਹ ਕਿ ਸਾਡੇ ਕੋਲ ਕੋਲੇ ਦੀ ਕਮੀ ਆ ਜਾਂ ਹੈ ਨਹੀਂ ਆ ਜਾਂ ਬਲੈਕ ਆਊਟ ਹੋ ਜਾਏਗਾ ਜਿਵੇਂ ਤੁਸੀਂ ਕਹਿ ਰਹੇ ਹੋ, ਇਹੋ ਜਿਹੀ ਕੋਈ ਗੱਲ ਨਹੀਂ ਆ। ਅਸੀਂ ਪੂਰਾ ਨਿਗਾਹ ਬਣਾਈ ਹੋਈ ਆ, ਸਟਾਕ ਮੇਨਟੇਨ ਕਰ ਰਹੇ ਹਾਂ। ਸਾਡੇ ਅਸੀਂ ਅਧਿਕਾਰੀ ਆਪਣੇ ਡਿਪਿਊਟ ਕੀਤੇ ਹੋਏ ਨੇ ਪਿਛਵਾੜਾ ਕੋਲ ਮਾਈਨਸ ਦੇ ਵਿੱਚ ਵੀ, ਉਹ ਲਗਾਤਾਰ ਸਾਨੂੰ ਜਿਹੜੀ ਆ ਆਊਟਪੁੱਟ ਜੋ ਵੀ ਆ ਉਹ ਦੇ ਰਹੇ ਨੇ। ਲੋੜ ਪਈ ਤੇ ਉੱਥੋਂ ਦੀ ਗਵਰਨਮੈਂਟ ਦੇ ਨਾਲ ਵੀ ਗੱਲਬਾਤ ਕਰਕੇ ਕਿਸੇ ਤਰ੍ਹਾਂ ਦੀ ਕਿਲਤ ਨਹੀਂ ਆਉਣ ਦਿੱਤੀ ਜਾਊਗੀ। ਅਸੀਂ ਪੂਰੇ ਮਤਲਬ ਇਹ ਪੂਰੀ ਤਰ੍ਹਾਂ ਅਸੀਂ ਸੰਜੀਦਾ ਹਾਂ। ਕਿਸੇ ਥਰਮਲ ਪਲਾਂਟ 'ਚ 2 ਦਿਨ ਦਾ ਕੋਲਾ ਬਚਿਆ, ਕਿਤੇ 7 ਦਿਨ ਦਾ ਬਚਿਆ। ਕੀ ਹੁਣ ਝਾਰਖੰਡ ਤੋਂ ਮੰਗਵਾਇਆ ਜਾ ਰਿਹਾ, ਜਿਵੇਂ ਤੁਸੀਂ ਅਧਿਕਾਰੀ ਕਹਿ ਰਹੇ ਉੱਥੇ ਭੇਜ ਦਿੱਤੇ ਹੈ? ਕਿਉਂਕਿ ਕੇਂਦਰ ਨੇ ਕਹਿ ਦਿੱਤਾ ਹੈ ਕਿ ਅਸੀਂ ਨਹੀਂ ਦੇ ਸਕਦੇ, ਤੁਸੀਂ ਵਿਦੇਸ਼ੀ ਕੋਲਾ। ਈ ਆਕਸ਼ਨ ਵੀ ਹੋ ਰਹੀ ਆ, ਈ ਆਕਸ਼ਨ ਰਾਹੀਂ ਵੀ ਲੈ ਰਹੇ ਹਾਂ। ਹੋਰ ਵੀ ਟੈਂਡਰ ਦਿੱਤੇ ਹੋਏ ਨੇ, ਜਿੱਥੋਂ ਵੀ ਸਾਨੂੰ ਰੀਜ਼ਨੇਬਲ ਰੇਟ ਤੇ ਮਿਲੇਗਾ ਅਸੀਂ ਉੱਥੋਂ ਕੋਸ਼ਿਸ਼ ਕਰਾਂਗੇ ਵੀ ਅਸੀਂ ਆਪਣੇ ਕਿਸੇ ਤਰ੍ਹਾਂ ਦੀ ਕਿੱਲਤ ਨਾ ਆਉਣ ਦੇਈਏ ਤੇ ਉੱਥੋਂ ਆਪਾਂ ਲੈ ਲਾਂਗੇ। ਕਿਸਾਨ ਚੇਤਾਵਨੀ ਦੇ ਰਹੇ, ਕਹਿੰਦੇ ਕਿ ਅਗਰ ਬਿਜਲੀ ਦੀ ਕਿੱਲਤ ਆਈ ਕਿਉਂਕਿ ਹੁਣ ਅਸੀਂ ਝੋਨਾ ਬੀਜਣਾ ਤਾਂ ਫਿਰ ਸਰਕਾਰ ਦੇ ਖਿਲਾਫ ਮੁਜ਼ਾਹਰੇ ਜਿਹੜੇ ਉਹ ਸ਼ੁਰੂ ਹੋ ਜਾਣਗੇ। ਨਹੀਂ ਕਿੱਲਤ ਆਵੇਗੀ, ਨਹੀਂ ਆਉਣ ਦਿੱਤੀ ਜਾਏਗੀ ਕਿਉਂਕਿ ਅਸੀਂ ਕਾਫੀ ਕੱਲ੍ਹ ਵੀ ਮੀਟਿੰਗ ਕੀਤੀ ਹੋਈ ਆ। ਅਧਿਕਾਰੀ ਸਾਡੇ ਜਿਹੜੇ ਨੇ ਉਹ ਪੂਰੇ ਸੰਜੀਦਾ ਨੇ, ਸੰਪਰਕ ਦੇ ਵਿੱਚ ਨੇ। ਜਿੱਥੇ ਜਿੱਥੇ ਵੀ ਕੋਈ ਮੁਸ਼ਕਿਲ ਆਈ ਅਸੀਂ ਉਹਨੂੰ ਜ਼ਰੂਰ ਜਲਦੀ ਜਿਹੜਾ ਨਾ ਉਹ ਹੱਲ ਕਰ। ਤੁਸੀਂ ਅਧਿਕਾਰੀਆਂ ਨਾਲ ਮੀਟਿੰਗ ਵੀ ਲੈ ਰਹੇ ਹੋ। ਇੱਕ ਕੇਂਦਰ ਸਰਕਾਰ ਨੇ ਇੱਕ ਹੋਰ ਫਰਮਾਨ ਜਾਰੀ ਕੀਤਾ ਹੈ ਕਿ ਪ੍ਰੀਪੇਡ ਮੀਟਰ ਜਿਹੜੇ ਨੇ ਉਹ ਜਲਦ ਤੋਂ ਜਲਦ ਲਗਾਏ ਜਾਣ, ਸਾਡਾ ਟੀਚਾ ਪੂਰਾ ਕੀਤਾ ਜਾਵੇ। ਉਸ ਨੂੰ ਲੈ ਕੇ ਕੀ ਸਟੈਂਡ? ਦੇਖੋ ਅਸੀਂ ਥੋੜ੍ਹਾ ਅਜੇ ਇਹਦੇ ਬਾਰੇ ਨਹੀਂ ਸੋਚ ਰਹੇ। ਅਸੀਂ ਸਮਾਰਟ ਮੀਟਰਸ ਬਾਰੇ ਸੋਚ ਰਹੇ ਹਾਂ ਕਿ ਸਮਾਰਟ ਮੀਟਰ ਥੋੜ੍ਹੇ ਲੱਗ ਜਾਣ। ਪ੍ਰੀਪੇਡ ਦੀ ਮੁਸ਼ਕਲ ਆ ਕਿਉਂਕਿ ਦੇਖੋ ਇੰਨੇ ਜਲਦੀ ਇਹਨੂੰ ਨਹੀਂ ਕੀਤਾ ਜਾ ਸਕਦਾ ਇੰਪਲੀਮੈਂਟ। ਵੈਸੇ ਵੀ ਇਲੈਕਟ੍ਰੀਸਿਟੀ ਜਿਹੜਾ ਹੈ ਕਨਕਰੈਂਟ ਲਿਸਟ ਦੇ ਵਿੱਚ ਆ, ਕਨਕਰੈਂਟ ਲਿਸਟ ਦੇ ਵਿੱਚ ਆ। ਇਹਦੇ ਬਾਰੇ
ਕੇਂਦਰ ਸਰਕਾਰ ਤੇ ਸਟੇਟ ਸਰਕਾਰ ਨੇ ਰਲ ਕੇ ਮਿਲ ਕੇ ਜਿਹੜੇ ਫੈਸਲੇ ਆ ਉਹ ਲੈਣੇ ਹੁੰਦੇ ਆ ਔਰ ਅਸੀਂ ਜੋ ਵੀ ਫੈਸਲਾ ਲਵਾਂਗੇ ਪਬਲਿਕ ਹਿੱਤ ਦੇ ਵਿੱਚ ਹੀ ਲਵਾਂਗੇ। Sujata fans from the house of Sujata Mixer Grinder. एक छोटा जिहा कमर्शियल ब्रेक, जल्द वापस आने हैं।